ਲੋਕ ਕਹ ਵੀ ਗਰੀਬੀ ਰੇਖਾ ਦੇ ਵਿੱਚ ਰਹਿ ਰਹੇ ਪਰਿਵਾਰ ਉਹਨਾਂ ਲਈ ਜਿਹੜੀ ਸਹਾਇਤਾ ਬਣਾਈ ਆ। ਜਦੋਂ ਉਹਨਾਂ ਕੋਲੇ ਪੈਸਾ ਹੀ ਹੈ ਨਹੀਂ ਤੇ ਉਹ ਟੈਸਟ ਕਿੱਥੋਂ ਕਰਵਾ ਲੈਣਗੇ। ਬਹੁਤੇ ਮਰੀਜ਼ ਤਾਂ ਫਿਰ ਇਸੇ ਕਰਕੇ ਹੀ ਛੁੱਟੀ ਲੈ ਕੇ ਵਾਪਸ ਆ ਜਾਂਦੇ ਕਿ ਜਦੋਂ ਸਾਡੇ ਕੋਲ ਟੈਸਟ ਕਰਵਾਉਣ ਨੂੰ ਪੈਸੇ ਨਹੀਂ ਹੈਗੇ। ਫਿਰ ਕਿਹੜੇ 5 ਲੱਖ ਦੀ ਆਪਾਂ ਗੱਲ ਕਰਦੇ ਹਾਂ। ਇਹ ਤੁਹਾਡਾ ਹੁਣ ਜਿਹੜਾ ਇਲਾਜ ਹੈ ਇਹ ਆਯੁਸ਼ਮਾਨ ਦਾ ਹੀ ਹੋ ਰਿਹਾ ਹੈ ਜਾਂ ਕਿਸ ਤਰ੍ਹਾਂ ਹੋ ਰਿਹਾ ਹੈ? ਆਯੁਸ਼ਮਾਨ ਕਾਰਡ ਤੇ ਆਯੁਸ਼ਮਾਨ ਦਾ ਹੋ ਰਿਹਾ ਹੈ। ਹਾਂਜੀ। ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਐਡਮਿਟ ਹੋਏ ਨੂੰ? ਮੈਨੂੰ 4 ਦਿਨ ਹੋ ਗਏ। ਤੇ ਕਾਰਡ ਤੁਹਾਡਾ ਪ੍ਰੋਪਰ ਉਸੇ ਤਰ੍ਹਾਂ ਹੀ ਚੱਲ ਰਿਹਾ? ਹਾਂਜੀ ਉਸੇ ਤਰ੍ਹਾਂ। ਪਰ ਮੈਂ ਕਹਿੰਦਾ ਕਿ 100 ਚੋਂ 98% ਸਾਨੂੰ ਇਹੀ ਸੁਣਨ ਨੂੰ ਮਿਲਦਾ ਕਿ ਇਹ ਕਾਰਡ ਤੁਹਾਡਾ ਨਹੀਂ ਚੱਲਣਾ। ਇਹ ਜਿਹੜਾ ਕੋਡ ਆ ਤੁਹਾਡੀ ਬਿਮਾਰੀ ਦਾ ਜਿਹੜਾ ਕੋਡ ਆ ਉਹ ਚੱਕ ਨਹੀਂ ਰਿਹਾ ਏ। ਪ੍ਰਾਈਮਰੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਾਨੂੰ ਇਹ ਪਤਾ ਲੱਗਾ ਸੀ ਕਿ ਆਯੁਸ਼ਮਾਨ ਕਾਰਡ ਨੂੰ ਲੈ ਕੇ ਕਾਫੀ ਡਾਕਟਰ ਜਿਹੜੇ ਹੈਗੇ ਇਸ ਤੋਂ ਕੰਨੀ ਕਤਰਾਉਂਦੇ ਆ। ਬੇਸ਼ੱਕ ਸਾਡੇ ਕੈਮਰੇ ਦੇ ਅੱਗੇ ਨਹੀਂ ਆਉਂਦੇਗੇ, ਉਹ ਡਾਕਟਰ ਨਹੀਂ ਆਉਂਦੇ ਜਾਂ ਉਹ ਪੇਸ਼ੈਂਟ ਨਹੀਂ ਆਉਂਦੇ, ਪਰ ਇੱਥੇ ਅੱਜ ਡਾਕਟਰ ਰਾਜਨ ਸਿੰਘਲਾ ਕੋਲੇ ਪੇਸ਼ੈਂਟ ਦਾਖਲ ਹੋਏ ਆ ਜਿਨ੍ਹਾਂ ਦਾ ਆਯੁਸ਼ਮਾਨ ਕਾਰਡ ਜਿਹੜਾ ਹੈਗਾ ਬਣਿਆ ਹੋਇਆ। ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦਾ ਬੈਨੀਫਿਟ ਜਿਹੜਾ ਇਹਨਾਂ ਨੂੰ ਮਿਲ ਰਿਹਾ, ਕੀ ਤਕਲੀਫ ਹੈ ਤੁਹਾਨੂੰ ਜੀ? ਮੈਨੂੰ ਬੁਖਾਰ ਚੜ੍ਹਦਾ ਸੀ 5 ਦਿਨਾਂ ਤੋਂ ਜੀ। ਹਾਂਜੀ, ਫਿਰ ਉਲਟੀਆਂ ਲੱਗ ਗਿਆ ਸੀ। ਹਾਂਜੀ। ਤੇ ਸੈੱਲ ਕਾਫੀ ਘਟ ਗਏ। ਉਸ ਤੋਂ ਬਾਅਦ ਜੀ ਇੱਥੇ ਆਈ, ਫਿਰ ਇੱਥੇ ਐਡਮਿਟ ਕੀਤਾ ਜੀ ਡਾਕਟਰ ਸਾਹਿਬ। ਤੁਹਾਨੂੰ ਡੇਂਗੂ ਦੀ ਸ਼ਿਕਾਇਤ ਹੈ ਤੁਹਾਨੂੰ? ਹਾਂਜੀ ਡੇਂਗੂ ਦੀ। ਤੇ ਇਹ ਤੁਹਾਡਾ ਹੁਣ ਜਿਹੜਾ ਇਲਾਜ ਹੈ ਇਹ ਆਯੁਸ਼ਮਾਨ ਦਾ ਹੀ ਹੋ ਰਿਹਾ ਹੈ ਜਾਂ ਕਿਸ ਤਰ੍ਹਾਂ ਹੋ ਰਿਹਾ ਹੈ? ਆਯੁਸ਼ਮਾਨ ਕਾਰਡ ਤੇ ਆਯੁਸ਼ਮਾਨ ਦਾ ਹੋ ਰਿਹਾ। ਹਾਂਜੀ। ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਐਡਮਿਟ ਹੋਏ ਨੂੰ? ਮੈਨੂੰ 4 ਦਿਨ ਹੋ ਗਏ। ਤੇ ਕਾਰਡ ਤੁਹਾਡਾ ਪ੍ਰੋਪਰ ਉਸੇ ਤਰ੍ਹਾਂ ਹੀ ਚੱਲ ਰਿਹਾ? ਹਾਂਜੀ ਉਸੇ ਤਰ੍ਹਾਂ ਚੱਲ ਰਿਹਾ। ਸਾਡੇ ਹੱਥ 'ਚ ਕਾਰਡ ਤਾਂ ਦਿੱਤਾ ਹੈ ਪਰ ਚੱਲਦਾ ਨਹੀਂ। ਸੋ ਸਾਡੇ ਨਾਲ ਸਮਾਜ ਸੇਵੀ ਜੁੜੇ ਹੈ, ਗੱਲਬਾਤ ਕਰਦੇ ਹਾਂ ਇਹਨਾਂ ਨਾਲ। ਹਰਪ੍ਰੀਤ ਖਾਲਸਾ ਜੀ ਹੈ ਜੋ ਅਕਸਰ ਹੀ ਲੋਕਾਂ ਦਾ ਜਿਹੜਾ ਹੈਗਾ ਭਲਾ ਕਰਨ ਵਾਸਤੇ, ਉਹਨਾਂ ਦੀ ਬਿਮਾਰੀ ਕਿਸੇ ਤਰ੍ਹਾਂ ਦੀ ਹੁੰਦੀ ਹੈ, ਸਹਿਯੋਗ ਜਿਹੜਾ ਹੈਗਾ ਕਾਫੀ ਕਰਦੇ ਆ। ਇਹਨਾਂ ਨੂੰ ਸਾਡੇ ਨਾਲੋਂ ਸ਼ਾਇਦ ਜ਼ਿਆਦਾ ਪਤਾ ਹੋਊਗਾ ਕਿ ਆਯੁਸ਼ਮਾਨ ਦਾ ਜਿਹੜਾ ਹੈਗਾ ਉਹ ਲੋਕਾਂ ਨੂੰ ਕਿੰਨਾ ਕੁ ਲਾਭ ਮਿਲਦਾ ਹੈ। ਖਾਲਸਾ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਦੇ ਉੱਤੇ। ਬਹੁਤ ਬਹੁਤ ਧੰਨਵਾਦ ਜਿੰਦਲ ਜੀ। ਸਾਰੇ ਹੀ ਪ੍ਰਾਈਮ ਉਹਦੇ ਟੀਵੀ ਦੇਖ ਰਹੇ ਸਰੋਤਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਮਾਂ ਦਿੱਤਾ। ਆਯੁਸ਼ਮਾਨ ਕਾਰਡ ਬਾਰੇ ਜੇ ਗੱਲ ਕਰ ਲਈਏ ਜਿੰਦਲ ਜੀ, ਤੇ ਮੈਨੂੰ ਵੀ ਹਾਲੇ ਤੱਕ ਕਾਫੀ ਲੰਮਾ ਸਮਾਂ ਹੋ ਗਿਆ ਸਮਾਜ ਸੇਵਾ ਦੇ। ਚਲੋ ਜਿੰਨਾ ਕੁ ਗੁਰੂ ਸਾਹਿਬ ਕਿਰਪਾ ਕਰਦੇ ਨੇ ਕਿ ਲੋੜਵੰਦ ਮਰੀਜ਼ ਆਉਂਦੇ ਨੇ ਉਹਨਾਂ ਦੀ ਸਾਂਭ ਸੰਭਾਲ ਲਈ, ਉਹਨਾਂ ਦੀ ਜਿਹੜੀ ਮੁਸ਼ਕਲਾਂ ਦੇ ਹੱਲ ਲਈ ਸਰਕਾਰ ਨੇ ਇੱਕ ਆਯੁਸ਼ਮਾਨ ਕਾਰਡ ਜਿਹੜਾ ਉਹ ਬਣਾਇਆ ਹੈਗਾ। ਪਰ ਮੈਂ ਕਹਿੰਦਾ ਕਿ 100 ਚੋਂ 98% ਸਾਨੂੰ ਇਹੀ ਸੁਣਨ ਨੂੰ ਮਿਲਦਾ ਕਿ ਇਹ ਕਾਰਡ ਤੁਹਾਡਾ ਨਹੀਂ ਚੱਲਣਾ। ਇਹ ਜਿਹੜਾ ਕੋਡ ਆ ਤੁਹਾਡੀ ਬਿਮਾਰੀ ਦਾ ਜਿਹੜਾ ਕੋਡ ਆ ਉਹ ਚੱਕ ਨਹੀਂ ਰਿਹਾ ਏ, ਕੰਪਿਊਟਰ ਚੱਕ ਨਹੀਂ ਰਿਹਾ, ਇਸ ਕਰਕੇ ਤੁਹਾਡਾ ਨਹੀਂ ਚੱਲਣਾ। ਜੇ ਕਿਸੇ ਦਾ ਚੱਲਦਾ ਹੈਗਾ ਤਾਂ ਉਹ ਇਹ ਕਿਹਾ ਜਾਂਦਾ ਕਿ ਜਿੰਨੀ ਕੁ ਦਵਾਈ ਮੰਨ ਲਓ ਅਸੀਂ ਇਹਦੇ ਤੇ ਲੈ ਸਕਦੇ ਹੋ ਲੈਣੀ, ਬਾਕੀ ਜਿਹੜੀ 70-80% ਜਾਂ 90% ਵੀ ਕਹਿ ਦਈਏ ਕਿ ਦਵਾਈ ਜਿਹੜੀ ਬਾਹਰੋਂ ਲੈ ਕੇ ਆਉਣੀ ਪੈਂਦੀ ਹੈ। ਫਿਰ ਇਹ ਜਿਹੜਾ 5 ਲੱਖ ਰੁਪਏ ਦੇ ਇਲਾਜ ਦੀ ਗੱਲ ਹੈ ਉਹ ਮੈਨੂੰ ਲੱਗਦਾ ਕਿ ਸਾਡੇ ਗਲੇ ਚੋਂ ਥੱਲੇ ਨਹੀਂ ਉਤਰ ਰਹੀ ਕਿ ਇਹ ਸਾਰੀਆਂ ਇੱਕ ਆਪਾਂ ਕਹਿ ਦਈਏ ਕਿ ਇੱਕ ਸਰਕਾਰ ਦੀਆਂ ਨਾਕਾਮੀਆਂ, ਜਾਂ ਉਹ ਕਰਨਾ ਨਹੀਂ ਚਾਹੁੰਦੀ ਜਾਂ ਉਹ ਦੇਣਾ ਨਹੀਂ ਚਾਹੁੰਦੀ। ਇਹ ਕੁਛ ਹੀ ਸਾਹਮਣੇ ਆਉਂਦਾ। ਸਭ ਤੋਂ ਪਹਿਲਾਂ ਜਦੋਂ ਕੋਈ ਪੇਸ਼ੈਂਟ ਜਾਂਦਾ ਉਹਨੂੰ ਐਡਮਿਟ ਕਰ ਲੈਂਦੇ ਤੇ ਜਿੰਨੇ ਟੈਸਟ ਜ਼ਰੂਰੀ ਹੁੰਦੇ ਨੇ ਪਹਿਲਾਂ ਤਾਂ ਕਹਿੰਦੇ ਕਿ ਉਹ ਸਾਰੇ ਟੈਸਟ ਹੋਣਗੇ, ਉਸ ਤੋਂ ਬਾਅਦ ਤੁਹਾਡਾ ਕਾਰਡ ਚੱਲੇਗਾ। ਜਿਹਦੇ ਟੈਸਟਾਂ ਤੇ ਵੱਡੀ ਜਿਹੜੀ ਰਕਮ ਜਿਹੜੀ ਉਹ ਖਰਚ ਹੁੰਦੀ ਹੈ, ਜਿਹੜਾ ਲੋੜਵੰਦ ਪਰਿਵਾਰ ਹੈ ਗੌਰਮੈਂਟ ਨੇ ਬਣਾ ਕੇ ਉਹਨਾਂ ਨੂੰ ਦਿੱਤੇ ਆ। ਜਿਹੜੇ ਮੰਨ ਲਓ ਕਹਿ ਦਈਏ ਗਰੀਬੀ ਰੇਖਾ ਦੇ ਵਿੱਚ ਰਹਿ ਰਹੇ ਪਰਿਵਾਰ, ਉਹਨਾਂ ਲਈ ਜਿਹੜੀ ਸਹਾਇਤਾ ਬਣਾਈ ਆ। ਜਦੋਂ ਉਹਨਾਂ ਕੋਲੇ ਪੈਸਾ ਹੀ ਹੈ ਨਹੀਂ ਤੇ ਉਹ ਟੈਸਟ ਕਿੱਥੋਂ ਕਰਵਾ ਲੈਣਗੇ। ਬਹੁਤੇ ਮਰੀਜ਼ ਤਾਂ ਫਿਰ ਇਸੇ ਕਰਕੇ ਹੀ ਛੁੱਟੀ ਲੈ ਕੇ ਵਾਪਸ ਆ ਜਾਂਦੇ ਕਿ ਜਦੋਂ ਸਾਡੇ ਕੋਲ ਟੈਸਟ ਕਰਵਾਉਣ ਨੂੰ ਪੈਸੇ ਨਹੀਂ ਹੈਗੇ। ਫਿਰ ਕਿਹੜੇ 5 ਲੱਖ ਦੀ ਆਪਾਂ ਗੱਲ ਕਰਦੇ ਹਾਂ। ਗੌਰਮੈਂਟ ਕਿਹੜੇ 5 ਲੱਖ ਦੀ ਗੱਲ ਕਰਦੀ, ਇਹਦੇ ਵਿੱਚੋਂ ਸਮਝੋ ਬਾਹਰ ਆ। ਕਈ ਵਾਰੀ ਡਾਕਟਰ ਸਾਹਿਬ ਨਾਲ ਇਸ ਮੁੱਦੇ ਤੇ ਗੱਲ ਹੁੰਦੀ ਰਹਿੰਦੀ ਆ, ਵੱਖ-ਵੱਖ ਸ਼ਹਿਰ ਦੇ ਡਾਕਟਰਾਂ ਨਾਲ ਵੀ ਗੱਲ ਹੋਈ ਆ। ਫਰੀਦਕੋਟ ਮੈਡੀਕਲ ਦੇ ਵਿੱਚ ਵੀ ਜਿਹੜੇ ਡਾਕਟਰ ਸਾਹਿਬ ਨਾਲ ਗੱਲ ਹੁੰਦੀ ਰਹਿੰਦੀ ਆ, ਉਹ ਇਹੀ ਕਹਿੰਦੇ ਉਹਨਾਂ ਕੋਲ ਕੋਈ ਜਿਹੜਾ ਘੜਿਆ ਜਵਾਬ ਹੁੰਦਾ ਕਿ ਇਹਨਾਂ ਦਾ ਜਿਹੜਾ ਕਾਰਡ ਆ ਉਹ ਕੰਪਿਊਟਰ ਚੱਕ ਨਹੀਂ ਰਿਹਾ। ਤੁਹਾਡੇ ਕੋਲ ਖਬਰ ਐਕਚੁਅਲੀ ਮੈਂ ਤਾਂ ਹੀ ਕਰਨ ਵਾਸਤੇ ਆਇਆ ਕਿਉਂਕਿ ਜਦੋਂ ਤੁਸੀਂ ਇਲਾਜ ਕਰਾਉਣ ਜਾਂਦੇ ਹੋ ਨਾ, ਉਦੋਂ ਤੁਸੀਂ ਸੋਸ਼ਲ ਮੀਡੀਆ ਤੋਂ ਕਾਰਡ ਵਿਖਾ ਕੇ ਤੁਸੀਂ ਐਲਾਨ ਤਾਂ ਪਾਉਂਦੇ ਵੀ ਆਹ ਕਾਰਡ ਜਿਹੜਾ ਹੈਗਾ ਇੱਕ ਚੱਲ ਨਹੀਂ ਰਿਹਾ, ਡਾਕਟਰ ਜਵਾਬ ਦੇ ਰਿਹਾ। ਉਹ ਸੋਸ਼ਲ ਮੀਡੀਆ ਦੀਆਂ ਖਬਰਾਂ ਦੇਖ ਕੇ ਉਹ ਚੀਜ਼ਾਂ ਦੇਖ ਕੇ ਤੁਹਾਡੀਆਂ ਫਿਰ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਕਿਉਂ ਲਗਾਤਾਰ ਜਦੋਂ ਸਾਡੇ ਕੋਲ ਪੇਸ਼ੈਂਟ ਹੁਣ ਹਰ ਮਹੀਨੇ ਦੇ ਤਕਰੀਬਨ 25-30 ਪੇਸ਼ੈਂਟ ਜਿਹੜਾ ਸਾਡੇ ਕੋਲ ਇੱਥੇ ਆਉਂਦੇ, ਜਦੋਂ ਸੰਗਤ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਦੇ ਇਲਾਜ ਲਈ ਜਿੰਨਾ ਕੁ ਹੋ ਸਕਦਾ ਮਦਦ ਲਈ ਯਤਨ ਕਰਦੇ ਆ, ਉਹਦੇ ਵਿੱਚੋਂ ਕਈਆਂ ਦੇ ਕਾਰਡ ਬਣੇ ਹੁੰਦੇ ਆ। ਜਦੋਂ ਉੱਥੇ ਜਾ ਕੇ ਉਹ ਦਿਖਾਉਂਦੇ ਆ ਕਾਰਡ ਤੇ ਉੱਥੇ
ਸਾਫ਼ ਮਨਾ ਕਰ ਦਿੱਤਾ ਜਾਂਦਾ ਕਿ ਹਾਂ ਵੀ ਇਹ ਕਾਰਡ ਤੁਹਾਡਾ ਚੱਲ ਨਹੀਂ ਰਿਹਾ, ਚੱਕ ਨਹੀਂ ਰਿਹਾ, ਉਹ ਫਿਰ ਸੰਗਤ ਅੱਗੇ ਹੀ ਬੇਨਤੀ ਕਰਨੀ ਪੈਂਦੀ ਹੈ ਕਿ ਇਹਨਾਂ ਦੇ ਕਾਰਡ ਬਣੇ ਹੋਣ ਦੇ ਬਾਵਜੂਦ ਵੀ ਜਿਹੜੇ ਇਹਨਾਂ ਦਾ ਕਾਰਡ ਡਾਕਟਰ ਸਾਹਿਬ ਕਹਿ ਰਹੇ ਚੱਕ ਨਹੀਂ ਰਿਹਾ, ਉਹਦੇ ਮਗਰ ਕੀ ਕਹਾਣੀ ਹੈ, ਕਿਉਂ ਇਹ ਮੇਰੀ ਲਾਈਨ ਨਹੀਂ ਗੀ। ਪਰ ਕਿਤੇ ਨਾ ਕਿਤੇ ਇਹ ਬਣਦਾ ਕਿ ਹਾਂ ਵੀ ਇਹ ਕਾਰਡ ਬਿਲਕੁਲ ਨਾ ਹੀ ਬਣਨ ਤਾਂ ਚੰਗੇ ਆ, ਕਿ ਜਦੋਂ ਕਿਸੇ ਦਾ ਇਲਾਜ ਤਾਂ ਹੋਣਾ ਹੀ ਨਹੀਂ, ਇਲਾਜ ਤਾਂ ਫਿਰ ਉਹਨਾਂ ਲੋਕਾਂ ਦੇ ਦਸਵੰਧ ਦੇ ਨਾਲ ਹੋ ਰਿਹਾ, ਲੋਕਾਂ ਦਾ ਜਿਹੜੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਪੈਸਾ ਕੱਢਦੇ ਨੇ, ਉਹਨਾਂ ਦੇ ਪੈਸੇ ਦੇ ਨਾਲ ਸਾਡੇ ਕੋਲ ਜਿਹੜਾ ਉਹ ਅਸੀਂ ਯਤਨ ਕਰ ਰਹੇ ਹਾਂ ਕਿ ਉਹਨਾਂ ਲੋੜਵੰਦ ਪਰਿਵਾਰਾਂ ਦਾ ਜਿਹੜਾ ਇਲਾਜ ਚੱਲ ਰਿਹਾ ਹੈਗਾ। ਸੋ ਸਿਹਤ ਵਿਭਾਗ ਦੇ ਸਿਹਤ ਨੂੰ ਲੈ ਕੇ ਵੀ ਸਰਕਾਰ ਕੋਈ ਬਹੁਤੀ ਫਿਰ ਤੁਸੀਂ ਕਹਿੰਦੇ ਜਿਹੜੀ ਲੁੱਟ ਜਿਹੜੀ ਹੈਗੀ ਆ ਉਹ ਦਾਖਲ ਹੋਣ ਤੋਂ ਪਹਿਲਾਂ ਹੀ ਕਹਿੰਦਾ ਮਤਲਬ ਉਹ ਟੈਸਟਾਂ ਨਾਲ ਹੀ ਪਹਿਲਾਂ ਹੀ ਹੋ ਜਾਂਦੀ ਹੈ ਨਾ। ਜਦੋਂ ਮੰਨ ਲਓ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਮੰਨ ਲਓ ਅੱਜ ਜਿੰਦਰ ਸਾਹਿਬ ਮੈਂ ਵੀ ਢਿੱਲਾ ਹੁੰਨਾਗਾ, ਮੰਨ ਲਓ ਨਾਰਮਲ ਮੰਨ ਲਓ ਮੈਨੂੰ ਬੁਖਾਰ ਚੜ ਗਿਆ ਤੇ ਮੈਂ 2 ਦਿਨ ਮੈਡੀਸਨ ਲੈ ਲਈ, ਜਦੋਂ ਤੀਸਰੇ ਦਿਨ ਅਸੀਂ ਜਾਵਾਂਗੇ ਨਹੀਂ ਫਰਕ ਪਿਆ ਤੇ ਫਿਰ ਡਾਕਟਰ ਨੇ ਕਹਿਣਾ ਟੈਸਟ ਕਰਵਾ ਲਓ, ਟੈਸਟ ਕਰਾਵਾਂਗੇ, ਟੈਸਟ ਜਾਂ ਉਹ ਐਡਮਿਟ ਹੋ ਜਾਵਾਂਗੇ, ਐਡਮਿਟ ਤੋਂ ਬਾਅਦ ਉਹਨਾਂ ਕਹਿਣਾ ਟੈਸਟ ਕਰਵਾਓ ਜੀ। ਟੈਸਟ ਕਰਵਾਉਣ ਵਾਸਤੇ ਸਾਡੇ ਕੋਲ ਪੈਸਾ ਨਹੀਂ ਹੈਗਾ, ਮੈਂ ਉੱਥੇ ਆਯੁਸ਼ਮਾਨ ਕਾਰਡ ਦਿਖਾਉਣਾ, ਕਹਿੰਦੇ ਜੀ ਨਹੀਂ ਪਹਿਲਾਂ ਤੁਸੀਂ ਟੈਸਟ ਕਰਵਾਓ, ਬਿਮਾਰੀ ਦੇਖਾਂਗੇ, ਬਿਮਾਰੀ ਦਾ ਜਿਹੜਾ ਕੋਡ ਹੈਗਾ ਉਹ ਉੱਥੇ ਲੱਗੇਗਾ ਤੇ ਫਿਰ ਜਾ ਕੇ ਤੁਹਾਡਾ ਉਹ ਜਿਹੜਾ ਕਾਰਡ ਉਹ 'ਤੇ ਚੱਲੇਗਾ। ਤੇ ਉਦੋਂ ਪਹਿਲਾਂ ਜਿੰਨੇ ਕੁ ਮੰਨ ਲਓ ਟੈਸਟ ਉਹ ਲਿਖ ਦਿੰਦੇ ਨੇ ਤੇ ਉਹਨੇ 'ਚ ਹੀ ਬੰਦਾ ਖੁੰਗਲ ਹੋ ਜਾਂਦਾ, ਉਹਨੇ ਪੈਸੇ ਪ੍ਰਬੰਧ ਕਰਨ ਵਾਸਤੇ ਉਹ ਵੱਖ-ਵੱਖ ਕਦੇ NGO ਕੋਲੇ ਜਾਂਦਾ, ਕਦੇ ਉਹ ਕਿਸੇ ਦੀ ਹੋਰ ਮਿਹਨਤ ਕਰਦਾ ਹੈਗਾ, ਤੇ ਗੱਲ ਤਾਂ ਉੱਥੇ ਦੀ ਉੱਥੇ ਹੀ ਖੜੀ ਆ। ਤੇ ਜੇ ਕਾਰਡ ਚੱਲ ਪੈਂਦਾ ਤੇ ਉਹ ਸਿਰਫ ਗਲੂਕੋਜ਼ ਦੀਆਂ ਬੋਤਲਾਂ ਅੰਦਰੋਂ ਦੇ ਦਿੰਦੇ ਕਿ ਆਹ ਲੱਗੀ ਜਾਣਗੇ, ਬਾਕੀ ਜਿਹੜੀ ਮੈਡੀਸਨ ਆ ਉਹ ਸਾਰੀ ਬਾਹਰੋਂ ਤੁਸੀਂ ਲੈ ਕੇ ਆਉਣੀ ਹੈ, ਉਹ ਕਾਰਡ ਦੇ ਵਿੱਚ ਨਹੀਂ ਹੁੰਦੀ ਜੀ। ਤੇ ਫਿਰ ਕਾਰਡ ਦਾ ਕੋਈ ਫਾਇਦਾ ਤਾਂ ਹੈ ਨਹੀਂ, ਮੈਨੂੰ ਨਹੀਂ ਲੱਗਿਆ ਹਾਲੇ ਤੱਕ ਕੋਈ ਫਾਇਦਾ ਹੈਗਾ। ਸੋ ਇਸ ਨੂੰ ਲੈ ਕੇ ਅਸੀਂ ਹੋਰ ਵੀ ਜਿਹੜੇ ਆਯੁਸ਼ਮਾਨ ਕਾਰਡ ਤੋਂ ਦੁਖੀ ਹੈ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਡਾਕਟਰ ਵੱਲੋਂ ਜਵਾਬ ਦਿੱਤਾ ਜਾਂਦਾ ਹੈ ਔਰ ਕਿੱਥੋਂ ਉਹ ਘੁੰਮ ਕੇ ਆਏ ਹੈ ਕਿ ਜਿੱਥੇ ਡਾਕਟਰ ਨੇ ਉਹਨਾਂ ਨੂੰ ਦੇਖਿਆ ਨਹੀਂਗਾ। ਤੇ ਇਸ ਸੰਬੰਧ ਵਿੱਚ ਅਸੀਂ ਕਿਸੇ ਡਾਕਟਰਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਉਹ ਇਹਦੇ ਬਾਰੇ ਕਿਸ ਤਰ੍ਹਾਂ ਦੀ ਟਿੱਪਣੀ ਕਰਦੇ ਆ। ਇਹਨਾਂ ਦਾ ਕੁਝ ਅਲੱਗ ਕਹਿਣਾ ਹੈ, ਬਠਿੰਡੇ ਤੋਂ ਆਏ ਆ ਤੇ ਕੀ ਕਹਿਣਾ ਇਹਨਾਂ ਦਾ ਗੱਲਬਾਤ ਕਰਦੇ ਆ। ਆਯੁਸ਼ਮਾਨ ਕਾਰਡ ਫਿਲਹਾਲ ਇਹਨਾਂ ਦਾ ਇੱਥੇ ਚੱਲ ਰਿਹਾ। ਬੇਟਾ ਤੁਹਾਨੂੰ ਕੀ ਪ੍ਰੋਬਲਮ ਕੀ ਸੀਗੀ? ਸ਼ੂਗਰ ਸੀ। ਤੇ ਕਿੱਥੋਂ ਆਏ ਤੁਸੀਂ? ਜੈਤੋ ਤੋਂ। ਅੱਛਾ, ਇੱਥੇ ਹੁਣ ਤੁਹਾਨੂੰ ਕਿੰਨੇ ਦਿਨ ਹੋ ਗਏ ਐਡਮਿਟ ਹੋਏ ਨੂੰ? 3 ਦਿਨ ਹੋ ਗਏ। ਤੇ ਆਯੁਸ਼ਮਾਨ ਕਾਰਡ ਜਿਹੜਾ ਹੈਗਾ ਹੁਣ ਚੱਲਦਾ ਪਿਆ ਇੱਥੇ? ਹਾਂਜੀ ਹੁਣ ਸਾਡਾ ਕਾਰਡ ਹਾਂ। ਪਹਿਲਾਂ ਤੁਸੀਂ ਕਿੱਥੇ ਗਏ ਸੀ ਕਾਰਡ? ਪਹਿਲਾਂ ਬਠਿੰਡੇ ਗਏ ਸੀ ਜੀ, ਉੱਥੇ ਚੱਲਿਆ। ਉੱਥੇ ਚੱਲਦਾ ਨਹੀਂਗਾ? ਨਹੀਂ ਜਾਂਦਾ। ਅੱਛਾ ਜੀ। ਹਾਂਜੀ, ਤੇ ਉੱਥੇ ਅਸੀਂ ਆਪਦੇ ਵੀ ਪੈਸਿਆਂ ਦਾ ਇਲਾਜ ਕਰਾਉਂਦੇ ਸੀ। ਹਾਂਜੀ। ਇੱਥੇ ਸਾਡਾ ਠੀਕ। ਨਹੀਂ ਹੋਰ ਡਾਕਟਰਾਂ ਦੇ ਪਤਾ ਕੀਤਾ ਤੁਸੀਂ? ਨਹੀਂ ਚੱਲਦਾ ਤੇ ਬਠਿੰਡੇ ਤੁਸੀਂ ਕਿਹੜੇ ਡਾਕਟਰ ਕੋਲ ਗਏ ਸੀ? ਅਸੀਂ ਕਈ ਡਾਕਟਰਾਂ ਕੋਲੇ ਗਏ ਸੀ ਜੀ, ਉੱਥੇ ਚੱਲਿਆ ਨਹੀਂ। ਅੱਛਾ ਵੀ ਇੱਥੇ ਅਸੀਂ ਆਏ ਆ, ਪਹਿਲਾਂ ਵੀ ਆਏ ਸੀ, ਉਦੋਂ ਵੀ ਚੱਲਿਆ ਸੀ, ਹੁਣ ਵੀ ਅਸੀਂ ਇਹਨਾਂ ਦੇ ਕੋਲੇ ਆਏ ਆ। ਜਿਵੇਂ ਤੁਸੀਂ 50 ਕਿਲੋਮੀਟਰ ਚੱਲ ਕੇ ਇੱਥੇ ਆ ਗਏ ਹੋ, ਹਰੇਕ ਗਰੀਬ ਬੰਦਾ ਇਸ ਤਰ੍ਹਾਂ ਚੱਲ ਕੇ ਨਹੀਂ ਆ ਸਕਦਾ, ਸਰਕਾਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ? ਅਸੀਂ ਜੀ ਇਹੀ ਕਹਿਣਾ ਚਾਹੁੰਦੇ ਆ ਵੀ ਇਹ ਬਹੁਤ ਵਧੀਆ ਸਕੀਮ ਹੈ, ਵੀ ਸਾਰੇ ਕਿਤੇ ਚੱਲਣਾ ਚਾਹੀਦਾ, ਗਰੀਬਾਂ ਨੂੰ ਸਹੂਲਤ ਮਿਲ ਜੇ ਜੀ। ਹਾਂਜੀ। ਪਰ ਜਿਵੇਂ ਤੁਸੀਂ ਹੁਣ 50 ਕਿਲੋਮੀਟਰ ਬਠਿੰਡੇ ਦੇ ਇੱਥੇ ਚੱਲ ਕੇ ਆਏ, ਤੁਸੀਂ ਕਹਿੰਦੇ ਉੱਥੇ ਚੱਲਿਆ ਨਹੀਂ ਗਾ, ਇੱਥੇ ਚੱਲ ਪਿਆ। ਹਾਂਜੀ। ਤੇ ਹਰੇਕ ਗਰੀਬ ਬੰਦਾ ਤਾਂ ਇੰਨੀ ਦੂਰ ਚੱਲ ਕੇ ਆ ਨਹੀਂ ਸਕਦਾ ਨਾ। ਹਾਂਜੀ, ਗਰੀਬ ਬੰਦਾ ਵੀ ਇੱਥੇ ਆ ਨਹੀਂ ਸਕਦਾ। ਹਾਂਜੀ। ਵੀ ਸਾਨੂੰ ਸਹੂਲਤ ਸਾਰੇ ਕਿਤੇ ਹੋਣੀ ਚਾਹੀਦੀ ਹੈ ਇਸ ਕਾਰਡ ਦੀ। ਜੇ ਸਰਕਾਰ ਨੇ ਬਣਾਏ ਆ ਵੀ ਜੇ ਚੱਲਣੇ ਚਾਹੀਦੇ ਸਾਰੇ ਕਿਤੇ, ਜਿੱਥੇ ਵੀ ਜਾਈਏ। ਬਿਲਕੁਲ। ਹਾਂਜੀ। ਤੇ ਹੁਣ ਬੇਟਾ ਤੂੰ ਤੇ ਠੀਕ ਆ? ਹਾਂਜੀ। ਤੁਹਾਡੇ ਕੋਲ ਪੈਸੇ ਤਾਂ ਹੋਰ ਤਾਂ ਨਹੀਂ ਮੰਗੇ ਕੋਈ ਇੱਥੇ? ਨਹੀਂ ਮੰਗੇਗੇ। ਸੋ ਤੁਸੀਂ ਦੇਖ ਸਕਦੇ ਹੋ ਕਿ ਬਠਿੰਡੇ ਤੋਂ ਪੇਸ਼ੈਂਟ ਆਏ ਆ, ਹਾਲਾਂਕਿ ਕਿਸੇ ਡਾਕਟਰ ਦਾ ਇਹਨਾਂ ਦਾ ਨਾਮ ਨਹੀਂ ਲਿਆਗਾ। ਇਹਨਾਂ ਨੇ ਇਹੀ ਕਿਹਾ ਕਿ ਉੱਥੇ ਜਿਹੜਾ ਹੈਗਾ ਆਯੁਸ਼ਮਾਨ ਕਾਰਡ ਜਿਹੜਾ ਨਹੀਂ ਚੱਲਿਆ ਸੀਗਾ, ਅਸੀਂ ਇੱਥੇ ਆਏ ਹਾਂ 50 ਕਿਲੋਮੀਟਰ ਦੂਰ ਆ, ਕੋਟਕਪੂਰਾ ਫਰੀਦਕੋਟ, ਇੱਥੇ ਪ੍ਰੋਪਰ ਇਲਾਜ ਚੱਲ ਰਿਹਾ, ਕੋਈ ਪੈਸਾ ਨਹੀਂ ਲਿਆ ਗਿਆ। ਪਰ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਗਰੀਬ ਹੁੰਦੇ ਆ ਜਿਹੜੇ 50 ਕਿਲੋਮੀਟਰ ਚੱਲ ਕੇ ਦੂਰ ਨਹੀਂ ਚੱਲ ਜਾ ਸਕਦੇ, ਤੇ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਕਿ ਇਹ ਕਾਰਡ ਜਿਹੜੇ ਹੈਗੇ ਆ ਪ੍ਰੋਪਰ ਚੱਲਣੇ ਚਾਹੀਦੇ ਆ। ਸਾਡੇ ਨਾਲ ਡਾਕਟਰ ਰਾਜਨ ਸਿੰਘਲਾ ਜੁੜੇ ਆ ਜੋ ਕਿ ਪ੍ਰਾਈਵੇਟ ਹਸਪੀਟਲ ਇਹਨਾਂ ਦਾ। ਹਾਲਾਂਕਿ ਇਹ ਸਵਾਲ ਜਿਹੜੇ ਹੈਗੇ ਆ ਸਰਕਾਰਾਂ ਤੋਂ ਬਣਦੇ, ਸਰਕਾਰੀ ਡਾਕਟਰਾਂ ਤੋਂ ਬਣਦੇ ਆ, ਪਰ ਕਿਤੇ ਨਾ ਕਿਤੇ ਸਾਡੇ ਕੈਮਰੇ ਦੇ ਅੱਗੇ ਆਉਣ ਤੋਂ ਜਿਹੜਾ ਹੈਗਾ ਉਹ ਕਤਰਾਉਂਦੇ ਆ। ਪਰ ਸਾਡੇ ਨਾਲ ਡਾਕਟਰ ਰਾਜਨ ਸਿੰਘਲਾ ਜੁੜੇ ਆ ਜੋ ਹਾਰਟ ਦੇ ਸਪੈਸ਼ਲਿਸਟ ਆ। ਤੁਹਾਡੇ ਪੇਸ਼ੈਂਟ ਜਿਹੜੇ ਦਾਖਲ ਹੋਏ ਅਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ, ਉਹਦੇ ਵਿੱਚੋਂ ਬਠਿੰਡੇ ਤੋਂ ਪੇਸ਼ੈਂਟ ਵੀ ਆਏ ਆ, ਕਹਿੰਦੇ ਵੀ ਡਾਕਟਰ ਸਾਨੂੰ ਇਹਦਾ ਰਿਸਪੌਂਸ ਨਹੀਂ ਦਿੱਤਾ ਗਾ ਆਯੁਸ਼ਮਾਨ ਨੂੰ ਲੈ ਕੇ। ਤੇ ਇੱਕ IMA ਜਿਹੜਾ ਹੈਗਾ ਉਹ ਵੀ ਇਹ ਤੋਂ ਜਿਹੜੇ ਹੈਗੇ ਕੰਨੀ ਕਤਰਾ ਰਹੇ, ਉਹ ਵੀ ਕਹਿ ਰਹੇ ਵੀ ਅਸੀਂ ਜਿਹੜਾ ਹੈਗਾ ਇਹਦਾ ਬਾਈਕਾਟ ਕਰਾਂਗੇ ਆਯੁਸ਼ਮਾਨ ਦਾ।
ਤੇ ਪੇਸ਼ੈਂਟ ਜਿਹੜੇ ਖੱਜਲ ਖਵਾਰ ਹੋ ਰਹੇ ਉਹਦੇ ਵਿੱਚ ਕੀ ਕਹਿੰਦੇ ਤੁਸੀਂ? ਜਿਸ ਤਰ੍ਹਾਂ ਕਿ ਤੁਸੀਂ ਇਸ ਗੱਲ ਨੂੰ ਠੀਕ ਕਿਹਾ ਹੈ ਕਿ IMS ਸਕੀਮ ਦਾ ਬਾਈਕਾਟ ਕਰਨ ਜਾ ਰਹੀ ਸੀ ਜੀ ਪਰਸੋਂ ਇੱਕ ਮੀਟਿੰਗ ਵੀ ਹੋਈ ਸੀ ਲੁਧਿਆਣਾ ਵਿਖੇ IMA ਦੀ, ਜਿਸ ਵਿੱਚ ਕਿ ਡਾਕਟਰਸ ਨੇ ਆਪਣੀਆਂ ਮੰਗਾਂ ਰੱਖੀਆਂ ਸਨ ਤੇ ਜੇ ਉਹਨਾਂ ਦੀ ਪੂਰਤੀ ਨਹੀਂ ਕੀਤੀ ਜਾਂਦੀ ਤਾਂ ਅੱਜ ਤੋਂ ਇੰਡੈਫੀਨਿਟ ਸਟ੍ਰਾਈਕ ਲਈ ਉਹਨਾਂ ਨੇ ਚਲੇ ਜਾਣਾ ਸੀ। ਸਟ੍ਰਾਈਕ ਮਤਲਬ ਇਸ ਸਕੀਮ ਦੇ ਅਗੇਂਸਟ ਸਟ੍ਰਾਈਕ ਤਾਂ ਪਰ ਹੁਣ ਅੱਜ ਮੰਤਰੀ ਸਾਹਿਬ ਨਾਲ ਹੈਲਥ ਮਿਨਿਸਟਰ ਸਾਹਿਬ ਨਾਲ IMA ਦੀ ਮੀਟਿੰਗ ਹੋਈ ਹੈ, ਜਿਸ ਵਿੱਚ ਕਿ ਬੜਾ ਪੋਜ਼ਿਟਿਵ ਰਿਸਪੌਂਸ ਮਿਲਿਆ ਹੈ, ਜਿਸ ਵਿੱਚ ਕਿ ਉਹਨਾਂ ਨੇ ਇਹ ਕਿਹਾ ਹੈ ਕਿ ਡਾਕਟਰਾਂ ਦੀ ਕੁਝ ਮੰਗਾਂ ਤਾਂ ਮੌਕੇ ਤੇ ਹੀ ਮੰਗ ਲਈਆਂ ਗਈਆਂ ਤੇ ਬਾਕੀਆਂ ਬਾਰੇ ਸੈਕਟਰੀ ਸਾਹਿਬ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਉਹ ਡਾਕਟਰਾਂ ਦੀ ਸ਼ਿਕਾਇਤਾਂ ਸੁਣ ਕੇ ਇਸ ਨੂੰ ਦੂਰ ਕਰਨ, ਜਿਨ੍ਹਾਂ ਵਿੱਚ ਕੁਝ ਸੀਗੀਆਂ ਜਿਸ ਤਰ੍ਹਾਂ ਕਿ ਪੇਮੈਂਟ ਨਹੀਂ ਆ ਰਹੀ ਸੀ ਪਿਛਲੇ 1.5-2 ਮਹੀਨੇ ਤੋਂ, ਜਾਂ ਮਤਲਬ ਜਿਸ ਤਰ੍ਹਾਂ ਕਿ ਕੁਝ ਹਸਪਤਾਲ ਸਸਪੈਂਡ ਕੀਤੇ ਗਏ ਸੀ ਜਿਨ੍ਹਾਂ ਦਾ ਕੋਈ ਬੇਸ ਨਹੀਂ ਬਣਦਾ ਸੀ ਤਾਂ ਉਹ ਹਸਪਤਾਲ ਸਾਰੇ ਰਿਵੋਕ ਕਰ ਦਿੱਤੇ ਗਏ ਅੱਜ ਤੋਂ ਤੇ ਉਹਨਾਂ ਪੇਮੈਂਟ ਬਾਰੇ ਵੀ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਬਹੁਤ ਜਲਦੀ ਰਿਲੀਜ਼ ਕਰਨ ਦੇ ਆਰਡਰ ਕਰ ਦੇਣਗੇ। ਬਾਕੀ ਜਿਹੜੀਆਂ ਮੰਗਾਂ ਨੇ ਉਹ ਸੈਕਟਰੀ ਸਾਹਿਬ ਨੂੰ ਫਾਰਵਰਡ ਕਰ ਦਿੱਤੀਆਂ ਗਈਆਂ ਤੇ ਜਿਸ ਨਾਲ IMA ਦੀ ਮੀਟਿੰਗ ਹੋਏਗੀ ਨੈਕਸਟ ਵੀਕ। ਇਸ ਕਰਕੇ ਜੋ ਅੱਜ ਇਸ ਦਾ ਬਾਈਕਾਟ ਕਰਨਾ ਸੀ ਸਕੀਮ ਦਾ IMA ਨੇ ਉਹ ਫਿਲਹਾਲ ਇੱਕ ਵਾਰੀ ਰੋਕ ਲਿਆ ਗਿਆ ਹੈ, ਤਾਂ ਇਹ ਅੱਗੇ ਦੇਖਿਆ ਜਾਏਗਾ ਜਿਸ ਤਰ੍ਹਾਂ ਹੋਏਗਾ। ਜਿਹੜਾ ਇਹ ਆਯੁਸ਼ਮਾਨ ਜਿਹੜਾ ਹੈਗਾ ਤੁਸੀਂ ਬਾਈਕਾਟ ਕਰਨਾ ਸੀ ਜਾਂ ਜੋ ਵੀ ਡਿਸਪਿਊਟ ਸੀਗਾ ਇਹ ਲਗਭਗ ਕਿੰਨੀ ਦੇਰ ਦਾ ਚੱਲਦਾ ਹੁੰਦਾ ਸੀਗਾ? ਇਹ ਪਿਛਲੇ ਕੁਝ 2 ਮਹੀਨਿਆਂ ਤੋਂ ਚੱਲਦਾ ਰਿਹਾ ਸੀ। ਪਰ 2 ਮਹੀਨੇ ਦੇ ਵਿੱਚ ਕਾਫੀ ਮਰੀਜ਼ ਖੱਜਲ ਖਵਾਰ ਤਾਂ ਹੋ ਗਏ ਨੇ, ਕਿਉਂਕਿ ਕਾਫੀ ਡਾਕਟਰ ਵੀ ਹੋਣੇ ਜਿਹੜੇ ਜਿਨ੍ਹਾਂ ਵੀ ਸਾਨੂੰ ਪਤਾ ਨਹੀਂ ਪੇਮੈਂਟ ਮਿਲੂ ਕਿ ਨਾ ਮਿਲੂ, ਕੰਨੀ ਕਤਰਾਉਂਦੇ ਨੇ। ਇਸ ਦੇਖੋ ਪੇਮੈਂਟ ਯੂਜ਼ਲੀ ਇਸ ਦਾ ਅਸੂਲ ਹੈ ਕਿ 15 ਦਿਨ ਦੇ ਵਿੱਚ ਪੇਮੈਂਟ ਆਉਣੀ ਚਾਹੀਦੀ ਹੈ, ਪਰ ਜੋ 2-2 ਮਹੀਨੇ ਤੋਂ ਪੇਮੈਂਟ ਨਹੀਂ ਆ ਰਹੀ ਸੀ ਤਾਂ ਕੁਝ ਹਸਪਤਾਲ ਹੋ ਸਕਦਾ ਕਿ ਉਹਨਾਂ ਨੇ ਇੱਕ ਵਾਰੀ ਇਸ ਵਿੱਚ ਕੰਮ ਲੈਣ ਤੋਂ ਇਨਕਾਰ ਕਰ ਦਿੱਤਾ ਇਗਨੋਰ ਕੀਤਾ ਹੋਊਗਾ ਨਾ, ਹੋ ਸਕਦਾ ਹੈ, ਪਰ ਮੇਰੀ ਨਿਗਾਹ ਵਿੱਚ ਇਹੋ ਜਿਹਾ ਕੋਈ ਹਸਪਤਾਲ ਨਹੀਂ ਹੈ। ਤਾਂ ਇੱਥੇ ਹਜੇ ਵੀ ਸਾਡੇ ਜਿਸ ਤਰ੍ਹਾਂ ਇਲਾਜ ਲਗਾਤਾਰ ਚੱਲ ਰਿਹਾ ਹੈ ਇਸ ਤਰ੍ਹਾਂ ਦੇ ਮਰੀਜ਼ਾਂ ਦਾ, ਆਯੁਸ਼ਮਾਨ ਦੇ ਮਰੀਜ਼ਾਂ ਦਾ। ਉਹ ਜੋ IMA ਨੇ ਅੱਜ ਜੋ ਟੋਟਲ ਬਾਈਕਾਟ ਕਰਨਾ ਸੀ, ਅਗਰ ਉਹ ਹੁੰਦਾ ਤਾਂ ਸਾਰੇ ਹਸਪਤਾਲ ਨੇ ਬਾਈਕਾਟ ਕਰ ਹੀ ਦੇਣਾ ਸੀ, ਪਰ ਹੁਣ ਕਿਉਂਕਿ ਉਹ ਵਾਪਸ ਲੈ ਲਿਆ ਗਿਆ ਬਾਈਕਾਟ ਸਕੀਮ ਦਾ ਤਾਂ ਕੰਮ ਪਹਿਲਾਂ ਵਾਂਗੂ ਸੁਚਾਰੂ ਰੂਪ ਚੱਲਦਾ ਰਹੇਗਾ। ਪਰ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਸੀ, ਬਹੁਤ ਸਹੂਲਤਾਂ ਮਿਲਦੀਆਂ ਸੀ, ਪਰ 2 ਮਹੀਨੇ ਦੇ ਵਿੱਚ ਠੀਕ ਹੈ ਚਲੋ ਤੁਹਾਡੇ ਧਿਆਨ 'ਚ ਹੈ ਨਹੀਂ, ਸਾਡੇ ਧਿਆਨ 'ਚ ਵੀ ਹੈ ਨਹੀਂ, ਪਰ ਇਹ ਤਾਂ ਮੰਨਦੇ ਹੋ ਵੀ ਕੋਈ ਬਹੁਤ ਗਰੀਬ ਲੋਕ ਹੋਣਗੇ ਕਿ ਜਿਹੜੇ ਆਪਦੇ ਇਲਾਜ ਤੋਂ ਵਾਂਝੇ ਰਹਿ ਗਏ ਹੋਣਗੇ। ਦੇਖੋ ਹੁਣ ਇਸ ਦੇ ਵਿੱਚ ਕੁਝ ਇਸ ਤਰ੍ਹਾਂ ਕੋਈ ਹਸਪਤਾਲ ਨੇ ਕੀਤਾ ਜਾਂ ਨਹੀਂ, ਮੇਰੇ ਕੋਲ ਤਾਂ ਇਸ ਤਰ੍ਹਾਂ ਦੀ ਕੋਈ ਰਿਪੋਰਟ ਨਹੀਂ ਹੈ ਵੀ ਕਿਸੇ ਹਸਪਤਾਲ ਨੇ ਇੱਕ ਮਰੀਜ਼ ਇਸ ਤਰ੍ਹਾਂ ਦਾ ਲੈਣ ਤੋਂ ਇਨਕਾਰ ਕਰ ਦਿੱਤਾ ਹੋਵੇ, ਤਾਂ ਇਸ ਬਾਰੇ ਤਾਂ ਕੁਝ ਕਮੈਂਟ ਕਰਨਾ ਮੁਸ਼ਕਿਲ ਹੈ। ਕੋਟਕਪੂਰਾ ਦੇ ਵਿੱਚ ਲਗਾਤਾਰ ਡੇਂਗੂ ਦੇ ਪੇਸ਼ੈਂਟ ਜਿਹੜੇ ਵੱਧ ਰਹੇ ਆ, ਪਰ ਸਰਕਾਰਾਂ ਦਾਅਵੇ ਬਹੁਤ ਕਰਦੀਆਂ ਪਰ ਪੇਸ਼ੈਂਟ ਜਿਹੜੇ ਹੈਗੇ ਉਸੇ ਤਰ੍ਹਾਂ ਹੀ ਵੱਧ ਰਹੇ ਆ। ਸਪਰੇਅ ਕਰਨ ਦੇ ਵੀ ਦਾਅਵੇ ਕੀਤੇ ਜਾਂਦੇ, ਉਹ ਵੀ ਕਿਤੇ ਨਾ ਕਿਤੇ ਖੋਖਲੇ ਨਿਕਲਦੇ ਆ, ਔਰ ਡੇਂਗੂ ਦੇ ਕਾਫੀ ਪੇਸ਼ੈਂਟ ਇਹਨਾਂ ਕੋਲ ਆਉਂਦੇ। ਡਾਕਟਰ ਸਾਹਿਬ ਕਿੰਨੇ ਪੇਸ਼ੈਂਟ ਤੁਹਾਡੇ ਕੋਲ ਆ ਜਾਂਦੇ ਰੋਜ਼ ਦੇ? ਡੇਂਗੂ ਦੇ 3-4 ਪੇਸ਼ੈਂਟ ਡੇਲੀ ਮੇਰੇ ਕੋਲ ਆ ਰਹੇ ਆ ਜੀ। ਤਾਂ ਪਿਛਲੇ ਦਿਨਾਂ 'ਚੋਂ ਇਹ ਸ਼ੁਰੂ ਹੋਇਆ, ਤਕਰੀਬਨ 10-15 ਦਿਨ ਤੋਂ ਆ ਰਹੇ ਨੇ। ਹਾਂਜੀ ਹਾਂਜੀ। ਤਾਂ ਡੇਲੀ ਪੇਸ਼ੈਂਟ ਆ ਰਹੇ ਨੇ ਜੀ ਜੀ। ਇਸ ਵਕਤ ਕੁਝ ਪੇਸ਼ੈਂਟ ਦਾਖਲ ਵੀ ਨੇ ਤਾਂ ਜਿਨ੍ਹਾਂ ਦੇ ਸੈੱਲ ਘਟੇ ਨੇ, ਤਾਂ ਉਹਨਾਂ ਦੇ ਵਿੱਚ ਪਲੇਟਲੈਟ ਘਟੇ ਆ, ਤਾਂ ਦਾਖਲ ਵੀ ਨੇ ਕੁਝ ਪੇਸ਼ੈਂਟ। ਪਰ ਸਰਕਾਰ ਦੇ ਦਾਅਵੇ ਕੀਤੇ ਜਾਂਦੇ ਕਿ ਸਾਡੀ ਪੂਰੀ ਤਿਆਰੀ ਹੈ, ਜਦੋਂ ਕੋਈ ਬਿਮਾਰੀ ਹੁੰਦੀ ਹੈ ਸਾਡੀ ਪੂਰੀ ਤਿਆਰੀ ਆ, ਪਰ ਉਦੋਂ ਪਤਾ ਲੱਗਦਾ ਜਦੋਂ ਉਹਨਾਂ ਦੇ ਵੱਸੋਂ ਬਾਹਰ ਹੋ ਜਾਂਦੇ ਤਾਂ ਉਸ ਤੋਂ ਬਾਅਦ ਕੈਮਰੇ ਦੇ ਅੱਗੇ ਵੀ ਨਹੀਂ ਬੋਲਦੇ। ਕੀ ਕਹੋਗੇ ਤੁਸੀਂ ਵੀ ਜੇ ਦੇਖੋ ਤੁਹਾਡੇ ਕੋਲ ਆਉਂਦੇ ਆ, ਤੁਹਾਡਾ ਵੀ ਹਸਪੀਟਲ ਹੈ ਚਲੋ ਠੀਕ ਹੈ, ਪਰ ਵੱਸੋਂ ਬਾਹਰ ਹੋ ਜਾਂਦਾ ਉਹਨਾਂ ਦੇ 10-10 ਹਜ਼ਾਰ ਰੁਪਏ ਦਾ ਖਰਚਾ ਆ ਜਾਂਦਾ, 20-20 ਹਜ਼ਾਰ ਰੁਪਏ ਖਰਚਾ ਆ ਜਾਂਦਾ, ਜਿਹੜਾ ਕੋਈ ਸਿਰਫ ਪਰਹੇਜ਼ ਕਰਨ ਨਾਲ ਹੀ ਠੀਕ ਹੋ ਜਾਂਦਾ। ਕਿਉਂਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਦੋਂ ਡੇਂਗੂ ਚੱਲ ਪੈਂਦਾ ਉਦੋਂ ਉਹਨਾਂ ਦੇ ਘਰ ਸਪਰੇਅ ਕਰਨ ਚਲੇ ਜਾਂਦੇ ਆ। ਹਜੇ ਵੀ ਤੱਕ ਵੈਸੇ ਤਾਂ ਗਏ ਨਹੀਂ ਗੇ। ਮੇਰਾ ਬੱਚਾ ਵੀ ਇਹਦੇ 'ਚ ਪੀੜਤ ਹੈ, ਮੇਰੇ ਬੱਚੇ ਨੂੰ ਵੀ ਡੇਂਗੂ ਆ, ਪਰ ਦਾਅਵੇ ਕੀਤੇ ਜਾਂਦੇ ਕਿ ਜਿੱਥੇ ਡੇਂਗੂ ਹੁੰਦਾ ਉੱਥੇ ਸਪਰੇਅ ਕੀਤੀ ਜਾਂਦੀ। ਮੇਰੇ ਘਰੇ ਤਾਂ ਕੋਈ ਆਇਆ ਨਹੀਂ। ਦੇਖੋ ਇਸ ਤਰ੍ਹਾਂ ਹੈ, ਜਿੱਥੋਂ ਤੱਕ ਕਿ ਸਰਕਾਰ ਦਾ ਸਵਾਲ ਹੈ ਤਾਂ ਆਪਣੇ ਜਿਸ ਤਰ੍ਹਾਂ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ ਤਾਂ ਇਹ ਮੇਰੇ ਖਿਆਲ ਸਰਕਾਰ ਇਕੱਲੀ ਨਹੀਂ ਕੁਝ ਕਰ ਸਕਦੀ। ਇਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਹੀ ਆਪਣਾ ਇਹਦਾ ਹਿੱਸਾ ਬਣਨਾ ਪਏਗਾ ਇਸ ਮੁਹਿੰਮ ਦਾ ਡੇਂਗੂ ਦੇ ਅਗੇਂਸਟ। ਤਾਂ ਪਰ ਫਿਰ ਵੀ ਸਰਕਾਰ ਕਾਫੀ ਕੁਝ ਕਰ ਰਹੀ ਹੈ, ਜਿਸ ਤਰ੍ਹਾਂ ਕਿ ਹੁਣ ਆਯੁਸ਼ਮਾਨ ਸਕੀਮ ਚੱਲੀ ਹੈ ਤਾਂ ਆਯੁਸ਼ਮਾਨ ਸਕੀਮ ਦੇ ਵਿੱਚ ਡੇਂਗੂ ਦੇ ਮਰੀਜ਼ਾਂ ਦਾ ਮੁਫਤ ਇਲਾਜ ਹੋ ਰਿਹਾ ਹੈ, ਤਾਂ ਉਹਨਾਂ ਨੂੰ ਇਹ ਸਹੂਲਤ ਮਿਲ ਰਹੀ ਹੈ। ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਇਹ ਸਹੂਲਤ ਹੈ। ਸੈਕੰਡਲੀ ਜਿੱਥੋਂ ਤੱਕ ਕਿ ਕਾਫੀ ਜਗ੍ਹਾ 'ਤੇ ਛਿੜਕਾਅ ਕੀਤਾ ਵੀ ਜਾ ਰਿਹਾ ਦਵਾਈ ਦਾ, ਤਾਂ ਇਸ ਕਰਕੇ ਮਤਲਬ ਸਰਕਾਰ ਹਰ ਇੱਕ ਚੀਜ਼ ਨੂੰ ਹਰ ਇੱਕ ਜਗ੍ਹਾ ਤੇ ਕਵਰ ਨਹੀਂ ਕਰ ਸਕਦੀ। ਤਾਂ ਆਪਣਾ ਵੀ ਇਹ ਸ਼ਹਿਰੀ ਨਾਤੇ ਫਰਜ਼ ਹੈ ਵੀ ਆਪਾਂ ਵੀ ਆਪਣੇ ਆਲਾ ਦੁਆਲਾ ਨੂੰ ਸਾਫ਼ ਰੱਖੀਏ, ਕਿਤੇ ਪਾਣੀ ਨਾ ਖੜਾ ਹੋਣ ਦਈਏ ਤੇ ਤਾਂ ਕਿ ਮੱਛਰ ਪਨਪੇ ਹੀ ਨਾ। ਨਹੀਂ ਇਹਦੇ 'ਚ ਜਿਵੇਂ ਤੁਸੀਂ ਕਹਿੰਦੇ ਹੋ ਕਿ ਆਯੁਸ਼ਮਾਨ, ਦੇਖੋ ਮੈਂ ਤੁਹਾਡੇ ਕੋਲ ਪੇਸ਼ੈਂਟ ਦੇਖੇ ਕਾਫੀ ਦਾਖਲ ਤੁਹਾਡੇ ਕੋਲ ਹੈਗੇ ਜਿਨ੍ਹਾਂ ਦਾ ਆਯੁਸ਼ਮਾਨ ਕਾਰਡ ਜਿਹੜਾ ਹੈਗਾ ਤੁਸੀਂ ਉਹ ਪ੍ਰੋਪਰ ਕਰ ਰਹੇ ਹੋ, ਪਰ ਕਾਫੀ ਡਾਕਟਰ ਹੈਗੇ ਇਹਨੂੰ ਅਵਾਇਡ ਕਰਦੇ, ਹਾਲਾਂਕਿ ਉਹ ਸਾਡੇ ਕੈਮਰੇ ਅੱਗੇ ਨਹੀਂ ਆਉਂਦੇਗੇ, ਫਿਰ ਇਹਨੂੰ ਅਵਾਇਡ ਕਰਦੇ। ਉਹ ਕਹਿੰਦੇ ਨਹੀਂ ਅਸੀਂ ਤਾਂ ਕੈਸ਼ ਲੈਣੇ, ਅਸੀਂ ਆਯੁਸ਼ਮਾਨ ਕਾਰਡ ਜਿਹੜਾ ਹੈਗਾ ਨਹੀਂ ਚਲਾਉਣਾ। ਪਰ ਉਹ ਲੋਕ ਫਿਰ ਕਿੱਥੇ ਜਾਣ ਜੀ?
ਦੇਖੋ ਇਸ ਤਰ੍ਹਾਂ ਹੈ ਕਾਫੀ ਸਾਰੇ ਹਸਪਤਾਲ ਆਯੁਸ਼ਮਾਨ ਦੇ ਵਿੱਚ ਐਨਰੋਲਡ ਵੀ ਨਹੀਂ ਹਨ। ਜਿਹੜਾ ਪੇਸ਼ੈਂਟ ਜਿੱਥੇ ਜਿਹੜੇ ਹਸਪਤਾਲ ਐਨਰੋਲਡ ਨਹੀਂ ਨੇ ਤਾਂ ਉੱਥੇ ਸਕੀਮ ਨਹੀਂ ਕਾਰਡ ਨਹੀਂ ਚੱਲ ਸਕਦਾ। ਕਈ ਹੋਰ ਜਗ੍ਹਾ ਤੇ ਮਤਲਬ ਜਿੱਥੇ ਐਨਰੋਲਡ ਹੈ ਜਿਹੜਾ ਹਸਪਤਾਲ, ਜੇ ਉੱਥੇ ਇਲਾਜ ਨਹੀਂ ਚੱਲਦਾ ਤਾਂ ਪੇਸ਼ੈਂਟ ਕੰਪਲੇਂਟ ਕਰ ਸਕਦਾ ਇਸ ਦੀ, ਤੇ ਨਾਲ ਦੀ ਨਾਲ ਇਸ ਦੀ SHA ਸਟੇਟ ਹੈਲਥ ਏਜੰਸੀ ਹੈ ਜਿਹੜੀ, ਜਾਂ ਇੰਸ਼ੋਰੈਂਸ ਕੰਪਨੀ ਹੈ, ਈਵਨ DMC ਆਪਣੇ ਨੇ ਡਿਸਟ੍ਰਿਕਟ ਲੈਵਲ ਦੇ, ਤਾਂ ਨਾਲ ਦੀ ਨਾਲ ਹੀ ਕਾਰਵਾਈ ਇਸ 'ਤੇ ਕਰਦੇ ਹਨ। ਫਿਲਹਾਲ ਤੁਹਾਡੇ ਕੋਲੇ ਜਿਹੜਾ ਹੈਗਾ ਰੂਟੀਨ ਦੇ ਜੇ ਆਪਾਂ ਗੱਲ ਕਰੀਏ ਤੇ ਕਿੰਨੇ ਪੇਸ਼ੈਂਟ ਆ ਜਾਂਦੇ ਆ ਰੂਟੀਨ ਦੇ ਵਿੱਚ? ਡੇਂਗੂ ਦੇ 3-4 ਪੇਸ਼ੈਂਟ ਡੇਲੀ ਆ ਰਹੇ ਹੈ, ਤਾਂ ਉਹ ਆਪਾਂ ਹੁਣ ਥੋੜ੍ਹੇ ਜਿਹੇ ਪਿਛਲੇ ਦਿਨਾਂ ਵਿੱਚ ਕੁਛ 1-2 ਮਰੀਜ਼ ਵੱਧ ਵੀ ਆਏ ਨੇ। ਸੋ ਇਸ ਡਾਕਟਰ ਰਾਜਨ ਸਿੰਗਲਾ ਜਿਨ੍ਹਾਂ ਨੇ ਡੇਂਗੂ ਤੋਂ ਬਚਣ ਲਈ ਕੁਝ ਹਦਾਇਤਾਂ ਵੀ ਦਿੱਤੀਆਂ, ਤੇ ਉੱਥੇ ਹੀ ਅਸੀਂ ਸਰਕਾਰ ਦੇ ਜਿਹੜੇ ਕੀਤੇ ਦਾਅਵੇ ਉਹਦੀ ਪੋਲ ਵੀ ਖੋਲ੍ਹੀ ਹੈ। ਡੇਂਗੂ ਦੀ ਮਾਰ ਇੰਨੀ ਪੈ ਚੁੱਕੀ ਹੈ ਲੋਕਾਂ ਨੂੰ, ਜਿੱਥੇ ਸਰਕਾਰੀ ਹਸਪਤਾਲ ਦੇ ਨਾਲ ਪ੍ਰਾਈਵੇਟ ਹਸਪਤਾਲ ਦੇ ਵਿੱਚ ਵੀ ਲੋਕਾਂ ਨੂੰ ਜਾਣਾ ਪੈ ਰਿਹਾ, ਕਿਉਂਕਿ ਸਰਕਾਰ ਦੇ ਦਾਅਵੇ ਵੀ ਜਿਹੜੇ ਹੈਗੇ ਆ ਉਹ ਖੋਖਲੇ ਹੋਏ ਆ, ਔਰ ਇੰਨੇ ਕੁ ਪੇਸ਼ੈਂਟ ਹੋਏ ਆ ਕਿ ਲੋਕਾਂ ਨੂੰ ਪ੍ਰਾਈਵੇਟ ਹਸਪਤਾਲ ਵੱਲ ਜਿਹੜਾ ਹੈਗਾ ਮੂੰਹ ਕਰਨਾ ਪੈ ਰਿਹਾ। ਕੈਮਰਾ ਪਰਸਨ ਦੀਪਕ ਗੜਵਲ ਦੇ ਨਾਲ ਮੈਂ ਸੁਨੀਲ ਜੰਦਲ, ਪ੍ਰਾਈਮ ਦੇ ਕੋਟਕਪੂਰਾ।